अक्सर असी सुनते हैं कि डॉक्टर इलाज करते हैं और डॉक्टरों को बहुत वड्डियां वड्डियां तकनीकां आ गई। तुसी देखते हो वो कहते हैं कि असी तुहाडा इलाज कर देंगे, तुहानू सेहत दे देवांगे, तुसी तंदुरुस्त रहोगे। लेकिन इन्हां सारियां गल्लां दे उत्ते एक नवा कंसैप्ट, एक नवी खोज हुई है, चर्चा शुरू हुई है। मेरे नाल ने डॉक्टर अमर सिंह आज़ाद जिहड़े MBBS ने, MD ने, और ये कहते हैं कि डॉक्टर तुहानू ठीक नहीं कर सकते, दवाइयां तुहानू ठीक नहीं कर सकदियां, दवाइयां तुहानू सेहतमंद नहीं बना सकदियां, दवाइयां तुहानू बीमार कर रही ने, डॉक्टर तुहानू लुट रहे ने। इस विषय पर गल करते हैं। सब तो पहले डॉक्टर साहब तुहाडा समा देने लई धन्नवाद। सत श्री अकाल जी सारे श्रोतिਆਂ ਨੂੰ। अक्सर तो असी पढ़ते हैं कि कहते डॉक्टर कहते असी तुहानू सेहतमंद कर देंगे, दवाइयां नाल तुसी ठीक हो जाओगे। लेकिन तुसी कह रहे हो कि डॉक्टर ते दवाइयां जिहड़ियां वो मनुखी शरीर लई खतरनाक है, किवें ते क्यों? पहली गल तो ਜਿਹੜੇ ਐਲੋਪੈਥੀ ਦੇ ਡਾਕਟਰ ਕੋਈ ਆਪਣੀ ਸੁਪੀਰੀਅਰਿਟੀ ਸ਼ੋ ਕਰਦੇ ਆ ਨਾ ਵੀ ਅਸੀਂ ਹੀ ਵਿਗਿਆਨਕ ਹਾਂ ਤੇ ਬਾਕੀ ਜਿਹੜਾ ਜੋ ਕੁਝ ਲੋਕ ਕਰ ਰਹੇ ਉਹ ਗਲਤ ਹੈ। ਪਹਿਲੀ ਗੱਲ ਤਾਂ ਇਹ ਝੂਠ ਸਿੱਧ ਹੋ ਚੁੱਕਿਆ ਪਹਿਲਾਂ ਹੀ। ਇੰਡੀਆ 'ਚ ਵੀ ਸਟੱਡੀ ਹੋਈਆਂ ਨੇ ਔਰ WHO ਨੇ ਖੁਦ ਸਟੱਡੀ ਕਰਾਈ ਹੈ ਕਿ ਕਿਸੇ ਵੀ ਸਿਸਟਮ 'ਚ ਤੁਸੀਂ ਚਲੇ ਜਾਓ 70% ਮਰੀਜ਼ ਠੀਕ ਹੋ ਜਾਂਦੇ ਆ, ਇੱਕੋ ਜਿਹੇ ਨੇ ਸਭ ਦੇ, ਔਰ 30% ਮਰੀਜ਼ ਕਿਸੇ 'ਚ ਵੀ ਠੀਕ ਨਹੀਂ ਹੁੰਦੇ। तो इस करके ਇਹੋ ਜਿਹਾ ਕੋਈ क्लेम करना कि कोई एलोपैथी ज़्यादा साइंटिफिक है, ऐसा कोई ज़्यादा इस गल का कोई प्रूफ नहीं है। दूजी गल ये कि 2008 तक आउंदे 1980 शुरू हो गया सी काम। 1980 तक ये गल ਜਿਹੜੇ ਸਿੰਸੀਅਰ किस्म के विज्ञानी ਸੀਗੇ उन्होंने करनी शुरू करती सी कि ਜਿਹੜੀ ਇਹ एलोपैथी वाला सिस्टम है खतरनाक रसायणों पर आधारित दवाइयां ने ਜਾਂ ਵੱਡੀਆਂ ਵੱਡੀਆਂ ਸਰਜਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੋਈ ਹੱਲ ਨਹੀਂ ਹੈ, ਇਹ ਕੋਈ ਸੋਲੂਸ਼ਨ ਨਹੀਂ ਹੈ। ਇਹ ਤਾਂ ਸਿਰਫ ਉਦੋਂ ਕਰਨੀ ਚਾਹੀਦੀ ਜਦੋਂ ਬਾਕੀ ਹੱਲ ਜਿਹੜੇ ਨੇ ਉਹ ਫੇਲ ਹੋ ਜਾਣ। 2008 ਤੱਕ ਆਉਂਦੇ ਆਉਂਦੇ ਇਹ ਗੱਲ ਜਿਹੜੀ ਕਲਾਈਮੈਕਸ 'ਤੇ ਆ ਗਈ ਔਰ 2008 ਤੱਕ ਤੇ ਤੋਂ ਬਾਅਦ ਜਾ ਕੇ 2008 ਅੱਜ 10 ਸਾਲ ਹੋ ਗਏ ਹੈ। 2008 ਤੱਕ ਇੰਨੀਆਂ ਖੋਜਾਂ ਹੋ ਚੁੱਕੀਆਂ ਸੀਗੀਆਂ ਕਿ ਉਹਨਾਂ ਨੇ ਸਿੱਧ ਕਰਤਾ ਕਿ ਕੋਈ ਵੀ ਦਵਾਈ ਤੁਹਾਨੂੰ ਸਿਹਤਮੰਦ ਨਹੀਂ ਕਰਦੀ, ਕਿਸੇ ਵੀ ਬਿਮਾਰੀ ਦੀ, ਨਾ ਸ਼ੂਗਰ ਦੀ, ਨਾ ਬਲੱਡ ਪ੍ਰੈਸ਼ਰ ਦੀ, ਨਾ ਹਾਰਟ ਦੀ, ਕੋਈ ਸਿਹਤਮੰਦ ਨਹੀਂ ਕਰਦੀ। ਉਲਟਾ ਉਹ ਦਵਾਈਆਂ ਜਿਹੜੀਆਂ ਨੇ ਆਪਣੇ ਸਾਈਡ ਇਫੈਕਟਸ ਕਰਦੀਆਂ ਨੇ ਔਰ ਇੱਥੋਂ ਤੱਕ ਖੋਜਾਂ ਹੋ ਗਈਆਂ ਕਿ ਇਹ ਜਿਹੜੀਆਂ ਦਵਾਈਆਂ ਨੇ ਅਸਲ ਵਿੱਚ ਉਲਟਾ ਜ਼ਿਆਦਾ ਬਿਮਾਰ ਕਰਦੀਆਂ ਨੇ। ਔਰ ਜਿਹੜਾ ਦਵਾਈਆਂ ਖਾਣ ਵਾਲਾ ਬੰਦਾ ਹੈ, ਉਦਾਹਰਨ ਦੇ ਤੌਰ 'ਤੇ ਸ਼ੂਗਰ ਦੇ ਅੰਦਰ ਇਹ ਸਿੱਧ ਹੋ ਗਿਆ ਕਿ ਸ਼ੂਗਰ ਜਿਹੜਾ ਬੰਦਾ ਦਵਾਈਆਂ ਨਾਲ ਟਰੀਟ ਕਰੇਗਾ ਉਹ ਘੱਟ ਸਿਹਤਮੰਦ ਹੈ ਅਤੇ ਵੱਧ ਮਰੇਗਾ ਦਵਾਈਆਂ ਨਾਲ। ਜਿਹੜਾ ਦਵਾਈਆਂ ਨਹੀਂ ਖਾਏਗਾ ਉਹ ਘੱਟ ਮਰੇਗਾ ਅਤੇ ਵੱਧ ਸਿਹਤਮੰਦ ਹੋਏਗਾ। ਇਹ ਪ੍ਰੂਵ ਹੋ ਚੁੱਕਿਆ। ਸੋ ਇਸ ਕਰਕੇ ਪੂਰੇ ਦੇ ਪੂਰੇ ਲਗਭਗ ਜਿੰਨੀਆਂ ਕਰੋਨਿਕ ਖਾਸ ਕਰਕੇ ਜਿਹੜੀਆਂ ਪੁਰਾਣੀਆਂ ਔਰ ਲਾਇਲਾਜ ਬਿਮਾਰੀਆਂ ਨੇ ਉਹਦੇ ਅੰਦਰ ਇਹ ਸਿੱਧ ਹੋ ਗਿਆ ਕਿ ਦਵਾਈਆਂ ਕੋਈ ਸਿਹਤਮੰਦ ਨਹੀਂ ਕਰਦੀਆਂ, ਉਲਟਾ ਦਵਾਈਆਂ ਸਾਈਡ ਇਫੈਕਟਸ ਕਰਦੀਆਂ ਨੇ। ਔਰ ਦੁਨੀਆ 'ਚ ਤੀਜਾ ਵੱਡਾ ਕਾਰਨ ਮੌਤ ਦਾ ਦਵਾਈਆਂ ਨੇ। ਪਹਿਲਾ ਕਾਰਨ ਹਾਰਟ ਅਟੈਕ ਹੈ, ਦੂਜਾ ਕਾਰਨ ਕੈਂਸਰ ਹੈ, ਅਤੇ 3 ਨੰਬਰ 'ਤੇ ਉਹ ਕਾਰਨ ਨੇ ਜਿਹੜੇ ਡਾਕਟਰ ਨੇ। ਡਾਕਟਰ ਜਾਂ ਡਾਕਟਰਾਂ ਦੀਆਂ ਦਵਾਈਆਂ ਜਿਹੜੀਆਂ ਨੇ ਮੌਤ ਦਾ ਤੀਜਾ ਵੱਡਾ ਕਾਰਨ ਨੇ। ਔਰ ਉਸ ਤੋਂ ਬਾਅਦ ਉਸ ਤੋਂ 20 ਤੋਂ 40 ਗੁਣਾ ਜਿਹੜੇ ਬੰਦੇ ਨੇ ਉਹ ਗੰਭੀਰ ਸਾਈਡ ਇਫੈਕਟਸ ਤੋਂ ਸਫਰ ਕਰਦੇ ਆ। ਤਾਂ ਇਸ ਕਰਕੇ ਇਹੋ ਜਿਹਾ ਕੋਈ ਪ੍ਰੂਫ ਨਹੀਂ ਹੈ, ਇਹੋ ਜਿਹਾ ਕੋਈ ਸਬੂਤ ਨਹੀਂ, ਇਹੋ ਜਿਹੀ ਕੋਈ ਐਵੀਡੈਂਸ ਹੀ ਨਹੀਂ ਹੈ ਕਿ ਦਵਾਈਆਂ ਸਿਹਤਮੰਦ ਕਰਦੀਆਂ ਨੇ। ਇਹ ਜੋ ਕੁਛ ਡਾਕਟਰ ਕਹਿ ਰਹੇ ਹੈ ਇਹ ਇੱਕ ਧੰਦੇਬਾਜ਼ੀ ਹੈ ਜਿਹਦੇ ਉੱਪਰ ਸਭ ਤੋਂ ਟੌਪ 'ਤੇ ਕਾਰਪੋਰੇਟ ਹੈ। ਕਾਰਪੋਰੇਟ ਇੰਨਾ ਕੁ ਵੱਡਾ ਹੈ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। 500 ਅਗਰ ਟੌਪ ਕਾਰਪੋਰੇਸ਼ਨਾਂ ਲੈ ਲਈਏ ਜਿਹੜੀ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਆ ਅਮੀਰ ਨੇ, ਤਾਂ ਉਹਦੇ ਤੋਂ ਜਿਹੜੀਆਂ 10 ਅਮੀਰ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦਾ ਨੈੱਟ ਪ੍ਰੋਫਿਟ ਬਾਕੀ 490 ਕੰਪਨੀਆਂ ਤੋਂ ਵੱਧ ਹੈ। ਤੁਸੀਂ ਇਮੈਜਿਨ ਕਰੋ 10 ਕੰਪਨੀਆਂ ਦਾ ਨੈੱਟ ਪ੍ਰੋਫਿਟ 490 ਕੰਪਨੀਆਂ ਤੋਂ ਵੱਧ ਹੈ। ਉਹ ਸਾਰੀਆਂ 10 ਕੰਪਨੀਆਂ ਫਾਰਮਾਸਿਊਟੀਕਲਸ ਦੀਆਂ ਨੇ ਔਰ 60% ਦਵਾਈਆਂ ਅਸੀਂ ਹਿੰਦੁਸਤਾਨੀ ਖਾ ਰਹੇ ਹਾਂ। ਦੁਨੀਆ ਦੀਆਂ ਸਾਡੀ ਆਬਾਦੀ ਹੈਗੀ ਦੁਨੀਆ ਦਾ 17%, ਲੇਕਿਨ ਅਸੀਂ ਦਵਾਈਆਂ ਕਿੰਨੀਆਂ ਖਾ ਰਹੇ 60%। ਤਾਂ ਤੁਸੀਂ ਇਮੈਜਿਨ ਕਰੋ ਦਵਾਈਆਂ ਸਿਹਤਮੰਦ ਵੀ ਨਹੀਂ ਕਰਦੀਆਂ, ਦਵਾਈਆਂ ਬਿਮਾਰ ਵੀ ਕਰਦੀਆਂ ਨੇ ਔਰ ਸਾਡੀ ਇਕੋਨਮੀ ਦੀ ਬਹੁਤ ਵੱਡੀ ਡਰੇਨੇਜ ਹੋ ਰਹੀ ਹੈ। ਸਾਡੇ ਲੋਕ ਜਿਹੜੇ ਨੇ ਉਹ ਗਰੀਬੀ ਦਾ ਇੱਕ ਵੱਡਾ ਕਾਰਨ ਬਣ ਗਿਆ ਨੇ ਇਹ ਐਲੋਪੈਥੀ ਦਾ ਇਲਾਜ ਕਰਾਉਣਾ। डॉक्टर साहब डॉक्टर दावा करते हैं वड्डे ऑपरेशन, नवीं तकनीकां, लेज़र, ਇਹਦੇ ਨਾਲ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਲੇਕਿਨ ਤੁਸੀਂ ਇਹਨਾਂ ਤੋਂ ਉਲਟ ਮਨੁੱਖੀ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਦੇ ਹੋ? ਕੀ ਸੁਜੈਸ਼ਨ ਦਿੰਦੇ ਹੋ? ਕੀ ਖਾਵੇ, ਕੀ ਪੀਵੇ ਤਾਂ ਜੋ ਸਾਡਾ ਸਰੀਰ ਹੈ ਜਿਹੜਾ ਉਹ ਦਵਾਈਆਂ ਤੋਂ ਵੀ ਬਚੇ, ਡਾਕਟਰਾਂ ਤੋਂ ਵੀ ਬਚੇ ਅਤੇ ਸਾਡੀ ਜਿਹੜੀ ਆਰਥਿਕ ਲੁੱਟ ਹੈ ਉਸ ਤੋਂ ਵੀ ਬਚ ਸਕੇ? ਦੇਖੋ ਜਿਸ ਢੰਗ ਦੇ ਨਾਲ ਲੋਕ ਸਰਜਰੀਆਂ ਦੇ ਕਲੇਮ ਹੋ ਰਹੇ ਆ ਉਹਦੇ 'ਚ ਕੁਛ ਗੱਲਾਂ ਤਾਂ ਬਹੁਤ ਜਿਹਨੂੰ ਕਹਿੰਦੇ ਆ ਨੰਗੀਆਂ ਚਿੱਟੀਆਂ ਹੋ ਗਈਆਂ ਨੇ। ਉਦਾਹਰਨ ਦੇ ਤੌਰ 'ਤੇ ਬੱਚਾ ਪੇਟ 'ਚੋਂ ਪੇਟ ਪਾੜ ਕੇ ਕਰਨਾ, ਸਜੇਰੀਅਨ ਸੈਕਸ਼ਨ ਕਰਨਾ, ਉਹ ਸਿੱਧ ਹੋ ਗਿਆ ਕਿ ਕਮਰਸ਼ੀਅਲ ਹੈ, ਪਿਓਰ ਕਮਰਸ਼ੀਅਲ ਹੈ। ਜਿਹੜਾ ਕਿ ਮੈਂ ਜਦੋਂ MBBS ਕਰਦਾ ਸੀਗਾ ਤਾਂ ਸਾਨੂੰ ਪੜ੍ਹਾਇਆ ਜਾਂਦਾ ਸੀਗਾ 10% ਟੋਟਲ ਪ੍ਰੈਗਨੈਂਸੀ ਜਿਹੜੀਆਂ ਨੇ ਉਹ ਅਬਨੋਰਮਲ ਹੁੰਦੀਆਂ ਨੇ, 90% ਪ੍ਰੈਗਨੈਂਸੀਜ਼ ਨਾਰਮਲ ਹੁੰਦੀਆਂ ਨੇ। ਉਹ 10% 'ਚੋਂ ਅੱਗੇ ਫਿਰ ਕਿੰਨੇ ਪਰਸੈਂਟ ਨੂੰ ਸਜੇਰੀਅਨ ਦੀ ਲੋੜ ਹੈ ਉਹ ਵੱਖਰੀ ਗੱਲ ਸੀਗੀ। ਅੱਜ ਇਹੋ ਜਿਹੇ ਹਸਪਤਾਲ ਹੈ ਜਿੱਥੇ 90% ਸਜੇਰੀਅਨ ਹੋ ਰਹੇ ਆ, ਤਾਂ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕਮਰਸ਼ੀਅਲ ਇੰਟਰਸਟ ਇਨਵੋਲਵ ਹੈ। ਸੇਮ ਚੀਜ਼ ਸਟੈਕਟਮੀ ਬਾਰੇ ਆ ਕਿ ਸਾਨੂੰ ਕਿਹਾ ਜਾਂਦਾ ਕਿ ਬੱਚੇ ਦਾ ਨਹੀਂ ਜਿਸ ਮਾਂ ਦੇ ਬੱਚਾ ਹੋ ਗਿਆ ਉਹਨੂੰ ਯੂਟਰਸ ਦੀ ਲੋੜ ਨਹੀਂ, ਕਢਾ ਦਿਓ। ਜੇ ਅਪੈਂਡਿਕਸ ਬਾਰੇ ਕਿਹਾ ਜਾਂਦਾ ਕਿ ਅਪੈਂਡਿਕਸ ਜਿਹੜੀ ਹੈ ਅੱਜ ਪੂਰਾ ਸਿੱਧ ਹੋ ਗਿਆ ਕਿ ਯੂਟਰਸ ਕੱਢਣੀ ਔਰ ਅਪੈਂਡਿਕਸ ਕੱਢਣੀ ਹੱਦ ਦਰਜੇ ਦਾ ਕ੍ਰਾਈਮ ਹੈ।
ਜਿਹੜਾ ਹੈ ਕਿਉਂਕਿ ਯੂਟਰਸ ਦੇ ਨਾਲ ਬੱਚੇ ਮਾਂ ਦੀ ਪੂਰੇ ਸਰੀਰ ਜੁੜਿਆ ਹੋਇਆ ਉਹਦਾ। ਅਗਰ ਤੁਸੀਂ ਬਿਨਾਂ ਵਜ੍ਹਾ ਤੇ ਯੂਟਰਸ ਕੱਢੋਗੇ ਤਾਂ ਉਹਦੇ ਪੂਰੇ ਸਰੀਰ ਦੇ ਉੱਪਰ ਅਸਰ ਪਏਗਾ। ਸੇਮ ਜਿਹੜੀ ਅਪੈਂਡਿਕਸ ਹੈ, ਅਪੈਂਡਿਕਸ ਸਾਡੇ ਜਿਹੜੀ ਹੈ ਸਾਡੇ ਬਹੁਤ ਦੋਸਤ ਨੇ ਜਿਹੜੇ ਕੀਟਾਣੂ, ਉਹਨਾਂ ਨੂੰ ਸਾਂਭ ਕੇ ਰੱਖਦੀ ਹੈ ਤਾਂ ਕਿ ਕੱਲ੍ਹ ਨੂੰ ਤੂੰ ਕੋਈ ਐਂਟੀਬਾਇਓਟਿਕ ਖਾਣੇ ਹੋਰ ਖਾਣੇ ਬਾਕੀ ਕੀਟਾਣੂ ਇੰਤਣੀ ਦੇ ਮਰ ਵੀ ਜਾਣ, ਅਪੈਂਡਿਕਸ ਦੇ ਨਹੀਂ ਮਰਦੇ। ਸੋ ਅਪੈਂਡਿਕਸ ਕੁਦਰਤ ਨੇ ਕਿਸੇ ਖਾਸ ਕੰਮ ਲਈ ਬਣਾਈ ਹੋਈ ਹੈ। ਇਸੇ ਤਰ੍ਹਾਂ ਜਿੰਨੀਆਂ ਵੱਡੀਆਂ ਸਰਜਰੀਜ਼ ਹੋ ਰਹੀਆਂ ਨੇ ਉਹ 'ਚੋਂ ਵੱਧ ਤੋਂ ਵੱਧ 10-15% ਹੋਣਗੀਆਂ ਜੈਨੂਨ ਹੁੰਦੀਆਂ ਨੇ। ਬਾਕੀ ਸਾਰੀਆਂ ਦੀ ਸਾਰੀ ਸਰਜਰੀ ਕਮਰਸ਼ੀਅਲ ਟੈਸਟ ਵਾਸਤੇ ਹੋ ਰਹੀਆਂ ਨੇ ਔਰ ਉਹਨਾਂ ਦੇ ਬਦਲ ਹੈਗੇ ਆ ਜਿਹਦੇ ਬਦਲ ਰਾਹੀਂ ਉਹ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਹੋ ਸਕਦੇ ਆ। तो इस करके ये कहना कि सर्जरियाँ जिहड़ियां ने कोई सेहत दिंदियां ने, इहो जी कोई एविडेंस नहीं है। एविडेंस उल्ट आ रही है कि डॉक्टर और कॉरपोरेट हॉस्पिटल जिहड़े ने मरीज़ां नूं लुट्टण वास्ते, मरीज़ां दी जिहड़ी है वो इकोनॉमी नूं खराब करन लई, उन्हां तों पैसे बटोरन लई जिहड़ियां ने वो कीतियां जा रहीआं ने और यूजलैस और हार्मफुल सर्जरीज हो रही ने। डॉक्टर साहब, भारत शुगर की बीमारी का घर बन रहा है। मोटापे की गोली, कोलेस्ट्रोल की गोली, BP की गोली, शुगर की गोली हर व्यक्ति खा रहा है और असी हैल्थ चैकअप भी करा रहे हैं। ये किन्ने दुरुस्त ने, इन्हां तो किवें छुटकारा मिल सकता है? देखो जित्थों तक सवाल शुगर का, शुगर ब्लड प्रैशर कोई बीमारी नहीं है। इन्होंने बीमारी कहना ही गलत है। थोड़ी रीडिंग ज़्यादा आ रही है, ब्लड के अंदर ग्लूकोज ज़्यादा है, उसकी रीडिंग ज़्यादा आ गई, थोड़ा BP की रीडिंग ज़्यादा आ रही है, लेकिन उन्होंने बीमारी क्यों कह रहे हैं असी? असल में बीमारी है ही नहीं। वो बॉडी का एक रिस्पॉन्स है, बॉडी का एक जवाब है साड़ी कुछ गलत चीज़ों नूं। ਅਸੀਂ ਗਲਤ ਖਾਣਾ ਖਾ ਰਹੇ ਹਾਂ, ਗਲਤ ਢੰਗ ਨਾਲ ਖਾ ਰਹੇ ਹਾਂ, ਜਾਂ ਗਲਤ ਸਾਡਾ ਜਿਉਣ ਦਾ ਢੰਗ ਹੈ, ਉਹਨੂੰ ਰਿਐਕਸ਼ਨ ਹੈ। ਮੂਮੈਂਟ ਅਸੀਂ ਨੂੰ ਠੀਕ ਕਰਦੇ ਹਾਂ, ਸ਼ੂਗਰ ਤੇ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ। ਡਾਕਟਰਾਂ ਦਾ ਜਿਹੜਾ ਇਹ ਡਿਕਲੇਅਰ ਕਰ ਰੱਖਿਆ ਪਿਛਲੇ 40 ਸਾਲ ਤੋਂ ਕਿ ਤੁਸੀਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਇਨਕਿਉਰੇਬਲ ਬਿਮਾਰੀਆਂ ਸਾਰੀ ਉਮਰ ਦਵਾਈ ਖਾਓ, ਇਹ ਟੋਟਲ ਝੂਠ ਹੈ। ਤੁਸੀਂ ਤੇ ਸਿਰਫ ਆਪਣਾ ਖਾਣਾ ਠੀਕ ਕਰ ਲਓ, 3 ਦਿਨ 'ਚ ਸ਼ੂਗਰ ਦੀ ਦਵਾਈ ਛੁੱਟ ਜਾਂਦੀ ਹੈ, ਸਿਰਫ 3 ਦਿਨਾਂ 'ਚ। ਤੇ ਜੇ 3 ਦਿਨਾਂ ਤੁਸੀਂ ਨਾ ਛੱਡੀ ਦਵਾਈ ਤਾਂ ਤੁਹਾਡੀ ਸ਼ੂਗਰ ਉਲਟਾ ਘਟ ਜਾਏਗੀ ਔਰ ਤੁਹਾਨੂੰ ਮਜਬੂਰੀ ਛੱਡਣੀ ਪੈਗੀ, ਨਹੀਂ ਤਾਂ ਤੁਸੀਂ ਚੱਕਰ ਆਉਣਗੇ ਤੁਹਾਨੂੰ। ਸੇਮ BP ਬਾਰੇ ਹੈ, ਕੋਈ BP ਦੀ ਦਵਾਈ ਖਾਣ ਦੀ ਲੋੜ ਨਹੀਂ ਹੈ। BP ਦੀ ਦਵਾਈ ਖਾਸ ਢੰਗ ਦਾ ਖਾਣਾ, ਖਾਸ ਢੰਗ ਨਾਲ ਖਾਣ ਨਾਲ ਜਿਹੜੀ ਹੈ BP ਠੀਕ ਹੋ ਜਾਂਦਾ। ਜਿੱਥੇ ਤੱਕ ਸਵਾਲ ਰੂਟੀਨ ਚੈੱਕਅਪ ਦਾ, ਰੂਟੀਨ ਚੈੱਕਅਪ ਇੱਕ ਜਾਲ ਹੈ ਮੈਡੀਕਲ ਪ੍ਰੋਫੈਸ਼ਨ ਦਾ ਔਰ ਕਾਰਪੋਰੇਟ ਦਾ ਫੈਲਾਇਆ ਹੋਇਆ ਕਿ ਤੁਸੀਂ ਮੂਮੈਂਟ ਤੁਸੀਂ ਰੂਟੀਨ ਚੈੱਕਅਪ ਕਰਾਉਣ ਜਾਓਗੇ ਤੁਸੀਂ ਉਹਨਾਂ ਦੇ ਜਾਲ 'ਚ ਫਸ ਜਾਓਗੇ। ਹੁਣ ਇਹਨਾਂ ਨੇ ਇੱਕ ਬਾਡੀ ਸਕੈਨਰ ਬਣਾ ਲਿਆ ਹੋਇਆ। ਬਾਡੀ ਸਕੈਨਰ ਦੇ ਅੰਦਰ 500 ਪੈਰਾਮੀਟਰ ਨੇ ਜਿਹੜੇ ਸਕੈਨ ਹੋਣੇ ਆ। ਤੁਸੀਂ ਇਮੈਜਿਨ ਕਰੋ ਕਿਸੇ ਵੀ ਬੰਦੇ ਦੇ ਉਹ ਸਕੈਨਰ ਠੀਕ 500 ਪੈਰਾਮੀਟਰ ਠੀਕ ਨਹੀਂ ਆ ਸਕਦੇ, ਉਹ 'ਚੋਂ 5, 7, 10 ਹਰ ਬੰਦੇ ਦੇ ਖਰਾਬ ਹੋਣਗੇ ਔਰ ਤੁਹਾਨੂੰ ਉਲਝਾ ਲੈਣਗੇ। तो जो कहती कि जरूरत नहीं है, क्योंकि बहुतियाँ जिहड़ियां बीमारियां ने 95% बीमारियां ने वो सारियां खाण पीण तो रहन सहन तो पैदा हो रही ने। वो खाण पीण रहन सहन ठीक कर लो, बीमारियां खत्म हो जांदियां ने। जो नहीं है लगियां हुई तो लगणगियां नहीं, जे लग गई ने तो दूर हो जाणगियां, इनकलूडिंग कैंसर समेत। ईवन कैंसर जे अगर ठीक ढंग नाल असीं अपनी लाइफ नूं ढाल लईए तो 9 महीने कैंसर भी खत्म हो जाता है। सो इस करके ये जिहड़ा सारा जाल है, एक किस्म की गुलामी है, एक नवीं किस्म की गुलामी है ਜਿਹੜੇ ਸਾਡੇ ਆਲੇ ਦੁਆਲੇ ਬੁਣ ਦਿੱਤੀ ਗਈ ਹੈ। ਇਸ ਗੁਲਾਮੀ ਚੋਂ ਨਿਕਲਣ ਲਈ ਸਾਨੂੰ ਇੱਕ ਖਾਸ ਕਿਸਮ ਦੀ ਚੇਤਨਾ ਚਾਹੀਦੀ ਹੈ, ਖਾਸ ਕਿਸਮ ਦੀ ਅਵੇਅਰਨੈਸ ਚਾਹੀਦੀ ਹੈ। ਉਹ ਜਿਨ੍ਹਾਂ ਤੋਂ ਆਸ ਕੀਤੀ ਜਾਂਦੀ ਸੀ ਡਾਕਟਰਾਂ ਤੋਂ, ਉਹਨਾਂ ਦੇ ਅੰਦਰ ਜਿਹੜੀ ਉਹ ਗੁਲਾਮੀ, ਕਿਉਂਕਿ ਉਹਨਾਂ ਨੂੰ ਉਹ ਇੱਕ ਹਿੱਸੇਦਾਰ ਬਣ ਗਏ, ਉਹਦੇ 'ਚ ਪਾਰਟਨਰ ਬਣ ਗਏ ਆ ਬਹੁਤ ਵੱਡੇ। ਇਸ ਕਰਕੇ ਉਹਦੇ 'ਚ ਨਿਕਲਣਾ ਚਾਹੁੰਦੇ। ਵਿਰਲੇ ਮੇਰੇ ਵਰਗੇ ਕਮਲੇ ਵਾਲੇ ਹੈਗੇ ਆ, ਉਹ ਗੱਲ ਕਰ ਰਹੇ ਆ ਇਸ ਗੱਲ ਦੀ ਕਿ ਜਿਹੜਾ ਸਾਰਾ ਸਿਸਟਮ ਹੈ ਇਹ ਗੁਲਾਮੀ ਦੀ ਨਿਸ਼ਾਨੀ ਹੈ। ਤੁਹਾਡੇ ਪੈਰਾਂ 'ਚ ਬੇੜੀਆਂ ਪਾਤੀਆਂ ਉਹਨਾਂ ਨੇ, ਤੁਹਾਨੂੰ ਉਹ ਲੁੱਟ ਰਹੇ ਆ। ਤੁਸੀਂ ਇਸ ਚੱਕਰ ਤੋਂ ਬਚੋ। ਨਾ ਦਵਾਈਆਂ ਖਾਣ ਦੀ ਲੋੜ ਹੈ, ਨਾ ਸਰਜਰੀ ਕਰਾਉਣ ਦੀ ਲੋੜ ਹੈ। ਇਸ ਕਰਕੇ ਆਪਣਾ ਜਿਹੜਾ ਖਾਣ ਪੀਣ ਠੀਕ ਕਰ ਲਈਏ, ਰਹਿਣ ਸਹਿਣ ਠੀਕ ਕਰ ਲਈਏ ਤਾਂ ਸਾਰਾ ਕੁਝ ਠੀਕ ਹੋ ਜਾਂਦਾ। ਡਾਕਟਰ ਸਾਹਿਬ, ਅੱਜ ਭੱਜ ਦੌੜ ਦੀ ਜ਼ਿੰਦਗੀ ਹੈ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਲਦੀ ਕੰਮ ਤੇ ਜਾਵਾਂ। ਫਾਸਟ ਫੂਡ ਵੱਲ ਸਾਡਾ ਧਿਆਨ ਹੈ। ਡੱਬਾ ਬੰਦ ਜਿਹੜਾ ਭੋਜਨ ਹੈ ਉਹ ਅਸੀਂ ਲਗਾਤਾਰ ਲੈ ਰਹੇ ਹਾਂ ਔਰ ਇਹਦੇ ਬਦਲ ਵਜੋਂ ਤੁਸੀਂ ਬਿਨਾਂ ਪੱਕਿਆ ਭੋਜਨ ਕਹਿੰਦੇ ਹੋ ਕਿ ਇਹ ਖਾਓ। ਉਹ ਕਿਹੜਾ ਭੋਜਨ ਹੋ ਸਕਦਾ ਤੇ ਕਿਹੜੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ? ਨਹੀਂ ਜੀ, ਫਾਸਟ ਫੂਡ ਗਲਤ ਨਾਂ ਦੇਤਾ ਉਹਨੇ। ਆਹ ਤਾਂ ਉਲਟਾ ਫਾਸਟ ਫੂਡ ਤਾਂ ਉਹ ਜਿਹੜਾ ਕੱਚਾ ਹੈ, ਮਤਲਬ ਫਾਸਟ ਫੂਡ ਆਪਾਂ ਨਾਂ ਦੇਤਾ, ਪਹਿਲਾਂ ਫੂਡ ਨੂੰ ਖਰਾਬ ਕਰਤਾ, ਫਿਰ ਉਹਨੂੰ ਫਾਸਟ ਕਹਿਤਾ। ਉਹ ਇੱਕ ਫੈਸ਼ਨ ਬਣ ਗਿਆ ਫਾਸਟ ਫੂਡ। ਲੇਕਿਨ ਮੈਨੂੰ ਦੱਸੋ ਵੀ ਕੇਲਾ ਖਾਣਾ ਫਾਸਟ ਫੂਡ ਹੈ ਕਿ ਬਰਗਰ ਖਾਣਾ ਫਾਸਟ ਫੂਡ ਹੈ? ਤੁਸੀਂ ਕੇਲਾ ਖਾਓ, ਤੁਸੀਂ ਤਾਂ 50 ਕਿਸਮ ਦੇ ਹੋਰ ਫਲ ਪਏ ਆ, ਸਬਜ਼ੀਆਂ ਪਈਆਂ, ਖੀਰੇ ਪਏ ਆ, ਉਹ ਫਾਸਟ ਫੂਡ ਨੇ। ਤੁਸੀਂ ਘਰ 'ਚ ਵੀ ਫਾਸਟ ਖਾਣ ਵਾਲਾ ਫੂਡ ਬਣ ਸਕਦਾ ਹੈ ਹੈਲਦੀ ਢੰਗ ਨਾਲ। ਸੋ ਇਹ ਇੱਕ ਮਿਸਨੋਮਰ ਹੈ ਕਿ ਫਾਸਟ ਫੂਡ ਦੇ ਵਿੱਚ ਟਾਈਮ ਨਹੀਂ ਲੱਗਦਾ। ਉਲਟਾ ਜੇ ਤੁਸੀਂ ਅੱਛਾ ਖਾਣਾ ਖਾਓਗੇ ਉਹਦੇ 'ਚ ਕੋਈ ਟਾਈਮ ਨਹੀਂ ਲੱਗਦਾ, ਬਿਲਕੁਲ ਵੀ ਟਾਈਮ ਨਹੀਂ ਲੱਗਦਾ। ਔਰ ਤੁਸੀਂ ਉਹਨੂੰ ਨਾਲ ਰੱਖ ਸਕਦੇ ਹੋ ਆਪਣੇ ਬੈਗ 'ਚ। ਆਪਣੇ ਇੱਕ ਸਿਰਫ ਹੈਬਿਟ ਬਦਲਣ ਦੀ ਗੱਲ ਹੈ। ਅਸੀਂ ਆਪਣੀਆਂ ਹੈਬਿਟਸ ਦੇ ਜਿਹਨੂੰ ਕਹਿੰਦੇ ਗੁਲਾਮ ਹੋ ਗਏ ਹਾਂ। ਅਸੀਂ ਅਗਰ ਹੈਬਿਟ 21 ਦਿਨ ਤੁਸੀਂ ਨਵਾਂ ਰੂਟੀਨ ਟਰਾਈ ਕਰਕੇ ਦੇਖੋ, 21 ਦਿਨਾਂ ਬਾਅਦ ਤੁਹਾਡੀ ਹੈਬਿਟ ਟੁੱਟ ਜਾਏਗੀ। ਸਿਰਫ 21 ਦਿਨ, 3 ਹਫ਼ਤੇ ਦਾ ਨਵਾਂ ਰੂਟੀਨ ਡਿਸਿਪਲਿਨ ਢੰਗ ਨਾਲ ਪਾ ਲਓ। 3 ਹਫ਼ਤੇ ਬਾਅਦ ਤੁਹਾਡਾ ਸਰੀਰ ਪੁਰਾਣਾ ਮੰਗਣਾ ਬੰਦ ਕਰ ਦਿੰਦਾ ਅਤੇ ਨਵਾਂ ਮੰਗਣਾ ਸ਼ੁਰੂ ਕਰ ਦਿੰਦਾ। ਸੋ ਇਸ ਕਰਕੇ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਸਿਹਤਮੰਦ ਰਹਿਣਾ ਤਾਂ ਸਿਹਤਮੰਦ ਖਾਣੇ ਦਾ ਰੂਟੀਨ ਪਾਓ। 3 ਹਫ਼ਤੇ ਡਿਸਿਪਲਿਨ ਨਾਲ ਪਾ ਲਓ। 3 ਹਫ਼ਤੇ ਬਾਅਦ ਤੁਹਾਡੇ ਸਾਰਾ ਸੈਟਿੰਗ ਹੋ ਜਾਏਗੀ। ਤੁਹਾਨੂੰ ਤਰੀਕਾ ਵੀ ਆ ਜਾਏਗਾ, ਕਿਵੇਂ ਨਾਲ ਲੈ ਕੇ ਜਾਣਾ, ਕਿਵੇਂ ਡੱਬੇ 'ਚ ਪਾਉਣਾ, ਕਿੱਥੇ ਰੱਖਣਾ, ਕੀ ਖਾਣਾ।
ਉਹ ਦੇਖੋ ਦੁੱਧ ਜਿਹੜਾ ਨਹੀਂ ਵਧੀਆ ਫੂਡ ਦੁੱਧ ਬੰਦ ਕਰਨਾ, ਦਵਾਈਆਂ ਬੰਦ ਕਰਨੀਆਂ ਨੇ, 2 ਖਰਚੇ ਬਚ ਗਏ ਤੁਹਾਡੇ। ਦੁੱਧ ਤੇ ਦਵਾਈਆਂ ਦਾ ਖਰਚਾ ਤੁਸੀਂ ਫਲਾਂ ਤੇ ਸਬਜ਼ੀਆਂ ਤੇ ਕਰੋ, ਬਸ ਇੰਨਾ ਹੀ ਹੈ। ਉਹ ਖਰਚਾ ਅਸੀਂ ਇੱਕ ਪਾਸਿਓਂ ਘਰ ਛੱਡ ਕੇ ਦੂਜੇ ਪਾਸੇ ਕਰਨਾ, ਮਹਿੰਗਾ ਵੀ ਨਹੀਂ ਪੈਣਾ। ਉਹ ਜਿੰਨਾ ਦੁੱਧ ਮਹਿੰਗਾ ਤੇ ਜਿੰਨੀਆਂ ਦਵਾਈਆਂ ਮਹਿੰਗੀਆਂ ਨੇ, ਇਸ ਤੋਂ ਮਹਿੰਗਾ ਜਿਹੜਾ ਰਾ ਫੂਡ ਨਹੀਂ ਹੈਗਾ। ਆਪਾਂ ਰਾ ਫੂਡ ਜਿਹੜਾ ਸਬਜ਼ੀਆਂ ਤੇ ਫਲ ਨੇ ਕੱਚੇ ਖਾਣੇ ਆ, ਉਹ ਅਸਲ 'ਚ ਸਿਹਤ ਦਾ ਸਭ ਤੋਂ ਵੱਡਾ ਰਾਜ ਗੁਣ ਉੱਥੇ ਹੈ, ਤਾਂ ਉਹਨੂੰ ਖਾਣਾ ਚਾਹੀਦਾ। ਤਾਂ ਉਹੀ ਸਭ ਤੋਂ ਵਧੀਆ ਫਾਸਟ ਫੂਡ ਹੈ ਸਾਡਾ। अब आप अपने हेल्थ इंश्योरेंस से हमारे किसी भी क्लिनिक या हॉस्पिटल से अपना आयुर्वेदिक इलाज शुरू करवा सकते हैं। अगर आप पंजाब स्टेट के सरकारी कर्मचारी हैं तो आप भी अपनी किसी भी बीमारी का इलाज बिल्कुल फ्री करवा सकते हैं। हमारे पूरे भारत में 165 से अधिक शुद्धि आयुर्वेदिक क्लिनिक हैं। अपने नजदीकी क्लिनिक का पता जानने के लिए नीचे दिए गए नंबर पर अभी कॉल करें। ਸੋ ਮੇਰੇ ਨਾਲ ਨੇ ਡਾਕਟਰ ਅਮਰ ਸਿੰਘ ਆਜ਼ਾਦ, ਜਿਹੜੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੰਦੇ ਆ ਕਿ ਜਿਹੜਾ ਤੁਸੀਂ ਭੋਜਨ ਖਾਂਦੇ ਹੋ, ਜੇਕਰ ਤੁਸੀਂ ਉਹਨੂੰ ਠੀਕ ਕਰ ਲਓ ਤਾਂ ਤੁਸੀਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹੋ, ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ, ਡਾਕਟਰਾਂ ਦੀ ਲੁੱਟ ਤੋਂ ਤੁਹਾਡੀ ਜੇਬ ਬਚ ਸਕਦੀ ਹੈ। ਕਿਹੜਾ ਭੋਜਨ ਕਦੋਂ ਖਾਣਾ ਚਾਹੀਦਾ ਹੈ, ਕਿਵੇਂ ਖਾਣਾ ਚਾਹੀਦਾ ਹੈ? ਸਵੇਰ ਦੇ ਭੋਜਨ ਤੋਂ ਅਸੀਂ ਸ਼ੁਰੂ ਕਰੀਏ। ਅਸੀਂ ਬ੍ਰੇਕਫਾਸਟ ਕਰਦੇ ਹਾਂ, ਨਾਸ਼ਤਾ ਕਰਦੇ ਹਾਂ। ਕੋਈ ਬ੍ਰੇਕਫਾਸਟ ਕਹਿੰਦਾ ਹੈ, ਕੋਈ ਕਹਿੰਦਾ ਕਿ ਤੜਕੇ ਰੋਟੀ ਖਾ ਲਓ ਅਤੇ ਸ਼ਾਮ ਤੱਕ ਦੁਪਹਿਰ ਤੱਕ ਅਸੀਂ ਇਸ ਤਰ੍ਹਾਂ ਦਾ ਜਿਹੜਾ ਜੀਵਨ ਜਿਉਣਾ ਹੈ ਤਾਂ ਜੋ ਦੁਪਹਿਰ ਤੋਂ ਬਾਅਦ ਸਾਨੂੰ ਭੋਜਨ ਦੀ ਲੋੜ ਨਾ ਪਵੇ। ਸਭ ਤੋਂ ਪਹਿਲਾਂ ਅਸੀਂ ਕੀ ਖਾਈਏ ਅਤੇ ਘਰ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਸਾਡੇ ਕੋਲ ਮੌਜੂਦ ਹੋਣ? ਵੈਸੇ ਤਾਂ ਪਹਿਲਾਂ ਆਪਾਂ ਅਸੂਲਾਂ ਦੀ ਗੱਲ ਕਰਦੇ ਹਾਂ ਕਿ ਉਹਦੇ ਨਿਯਮ ਕੀ ਨੇ। ਨਿਯਮ ਇਹ ਹੈ ਕਿ ਆਪਣੇ ਫੂਡ ਦੇ ਅੰਦਰ, ਆਪਣੇ ਖਾਣੇ ਦੇ ਅੰਦਰ 50% ਤੋਂ ਉੱਪਰ ਰॉ ਫੂਡ ਲੈ ਕੇ ਆਉਣਾ, ਯਾਨੀ ਕਿ ਅਣਪੱਕਿਆ ਖਾਣਾ, ਜਿਵੇਂ ਕਿ ਸਬਜ਼ੀਆਂ ਔਰ ਫਲ। ਸਲਾਦ ਦੇ ਤੌਰ ਤੇ ਸਬਜ਼ੀ ਖਾ ਲੈ, ਕੱਚੀ ਸਬਜ਼ੀ ਖਾਂਦੇ ਅਸੀਂ, ਜਿਹੜੇ ਮਿੱਠੇ ਹੁੰਦੇ ਉਹਨੂੰ ਫਲ ਕਹਿ ਦਿੰਦੇ ਆਪਾਂ। ਤਾਂ ਮਿੱਠੇ ਫਲ ਖਾਣੇ ਕੱਚੇ, ਔਰ ਫਿਰ ਡਰਾਈ ਫਰੂਟਸ ਹੈਗੇ ਨੇ। ਮਾਤਰਾ ਦੱਸੋ। ਮਾਤਰਾ ਦੱਸਦਾ। ਪਹਿਲਾਂ ਆਪਾਂ ਅਸੂਲਾਂ ਦੀ ਗੱਲ ਕਰ ਲਈਏ ਕਿ ਕਿਉਂਕਿ ਮਾਤਰਾ ਕਈ ਵਾਰੀ ਬੰਦਾ ਐਡਜਸਟ ਕਰਨੀ ਪੈਂਦੀ ਹੈ। ਦੂਜਾ ਅਸੂਲ ਇਹ ਹੈ ਕਿ ਕੋਈ ਵੀ ਐਨੀਮਲ ਫੂਡ ਨਹੀਂ ਖਾਣਾ। ਸਣੇ ਦੁੱਧ, ਇਹ ਪੂਰਾ ਲਗਾਤਾਰ ਇੱਕ ਤੋਂ ਬਾਅਦ ਇੱਕ ਸਟੱਡੀ 'ਚ ਇਹ ਪ੍ਰੂਵ ਹੋ ਰਿਹਾ ਕਿ ਕੋਈ ਵੀ ਐਨੀਮਲ ਫੂਡ ਜਿਹੜਾ ਉਹ ਸਰੀਰ ਨੂੰ ਫਾਇਦੇਮੰਦ ਨਹੀਂ ਹੈ, ਨੁਕਸਾਨ ਕਰਦਾ। ਔਰ ਦੁੱਧ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਪੌਦਿਆਂ 'ਚ ਨਹੀਂ ਹੈਗੀ। ਸੋ ਇਸ ਕਰਕੇ ਦੁੱਧ ਨੂੰ ਆਪਾਂ ਭੁੱਲੀਏ। ਪੰਜਾਬੀਆਂ ਦੀ ਦਿੱਕਤ ਇਹ ਹੈ ਕਿ ਆਪਾਂ ਦੁੱਧ ਨਾਲ ਬੜੇ ਜੁੜੇ ਹੋਏ ਹਾਂ। ਸੋ ਦੁੱਧ ਜੇ ਸਿਹਤਮੰਦ ਰਹਿਣਾ ਤਾਂ ਦੁੱਧ ਨੂੰ ਇੱਕ ਵਾਰੀ ਭੁੱਲੀਏ ਆਪਾਂ, ਅਤੇ ਦੁੱਧ ਜਾਂ ਦੁੱਧ ਦੀਆਂ ਬਣੀਆਂ ਚੀਜ਼ਾਂ ਖਾਣੀਆਂ ਜਿਹੜੀਆਂ ਬੰਦ ਕਰੀਏ। ਤੀਜੀ ਗੱਲ, ਕੋਈ ਵੀ ਬਾਜ਼ਾਰ ਦਾ ਪ੍ਰੋਸੈਸਡ ਫੂਡ ਨਹੀਂ ਖਾਣਾ। ਜਿਹੜਾ ਇੰਡਸਟਰੀ ਦੇ ਥਰੂ, ਸਨਅਤ ਦੇ ਥਰੂ ਪੈਕ ਹੋ ਕੇ, ਬੰਦ ਹੋ ਕੇ, ਰਿਫਾਈਨਡ ਹੋ ਕੇ ਫੂਡ ਆ ਗਿਆ, ਨਹੀਂ ਖਾਣਾ। ਘਰ ਦਾ ਪੱਕਿਆ ਹੋਇਆ ਖਾਣਾ ਖਾਣਾ ਜਾਂ ਰॉ ਖਾਣਾ। ਤਾਂ ਉਸ ਵਾਪਸ ਸਵੇਰੇ ਨਾਸ਼ਤੇ ਤੋਂ ਸ਼ੁਰੂ ਕਰ ਲੈਂਦੇ ਹਾਂ। ਨਾਸ਼ਤਾ ਜਿਹੜਾ ਸਭ ਤੋਂ ਜ਼ਿਆਦਾ ਉਹਨੂੰ ਮੋਡੀਫਾਈ ਕਰਨਾ ਸਭ ਤੋਂ ਵਧੀਆ ਗੱਲ ਹੈ, ਕਿਉਂਕਿ ਉਸ ਵੇਲੇ ਖਾਲੀ ਪੇਟ ਹੁੰਦਾ ਔਰ ਉਸ ਵੇਲੇ ਫਰੂਟ ਜਿਹੜਾ ਉਹ ਅੰਮ੍ਰਿਤ ਵਾਂਗੂ ਲੱਗਦਾ। ਲੰਚ ਔਰ ਡਿਨਰ ਆਪਣਾ ਉੱਦਾਂ ਰਹਿਣ ਦੀ ਆਪਾਂ, ਉਹਨੂੰ ਡਿਸਟਰਬ ਨਾ ਕਰੀਏ। ਸਵਾਏ ਇਸ ਗੱਲ ਤੇ ਕਿ ਦੁੱਧ ਜਾਂ ਦੁੱਧ ਤੋਂ ਬਣੀ ਚੀਜ਼ ਜਾਂ ਨੌਨ ਵੈਜ ਨਾ ਖਾਓ। ਚਾਹ ਦੇ ਤੁਸੀਂ ਚਾਹ ਬਿਲਕੁਲ ਬੰਦ ਕਰਨੀ। ਚਾਹ ਜਿਹੜੀ ਦੁੱਧ ਵਾਲੀ ਚਾਹ ਨਹੀਂ ਪੀਣੀ। ਚਾਹ ਪੀਣੀ ਹੈ ਤਾਂ ਕਾਲੀ ਪੀਓ, ਗ੍ਰੀਨ ਪੀਓ ਜਾਂ ਹਰਬਲ ਪੀਓ। 3 ਕਿਸਮ ਦੀ ਚਾਹ ਮਾਰਕੀਟ 'ਚ ਅਵੇਲੇਬਲ ਹੈ। ਗ੍ਰੀਨ ਅਵੇਲੇਬਲ ਹੈ, ਬਲੈਕ ਅਵੇਲੇਬਲ ਹੈ, ਔਰ ਬਲੈਕ ਤਾਂ ਉਹੀ ਚਾਹ ਜਿਹੜੀ ਪੱਤੀ ਪਾਉਂਦੇ ਆ, ਅਤੇ ਤੀਜੀ ਹਰਬਲ ਅਵੇਲੇਬਲ ਹੈ। ਤਿੰਨੋਂ ਚਾਹਾਂ ਬਿਨਾਂ ਦੁੱਧ ਦੇ ਪੀਤੀਆਂ ਜਾ ਸਕਦੀਆਂ ਨੇ। ਉਹਦਾ ਤੁਸੀਂ 21 ਦਿਨ ਕਰੋਗੇ ਅਤੇ 21 ਦਿਨਾਂ ਬਾਅਦ ਤੁਹਾਡੀ ਜੀਭ ਉਹੀ ਮੰਗੇਗੀ ਤੁਹਾਨੂੰ ਦੁੱਧ ਦਾ। ਇੱਕ ਸਾਡੇ ਕਿਉਂਕਿ ਸਾਡੀ ਦਿੱਕਤ ਇਹ ਹੈ, ਫੂਡ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਇਹ ਸਾਡੇ ਮਾਈਂਡ 'ਚ ਬਣ ਜਾਂਦੀਆਂ ਨੇ, ਔਰ ਸਰੀਰ ਸਾਡਾ ਉਹੀ ਮੰਗੀ ਜਾਂਦਾ। ਉਹਨੂੰ ਤੋੜਨ ਲਈ 21 ਦਿਨ ਦਾ ਡਿਸਪਲਿਨ ਰੱਖ ਲਓ। ਇੱਕ ਵਾਰੀ 21 ਦਿਨਾਂ ਬਾਅਦ ਉਹ ਮੰਗ ਜਿਹੜੀ ਆ ਖਤਮ ਹੋ ਜਾਏਗੀ। ਨਾਸ਼ਤਾ ਆਪਾਂ ਨੇ ਕਰਨਾ, ਪਹਿਲਾਂ ਫਲ ਖਾਣੇ ਆ, 11-12 ਵਜੇ ਤੱਕ ਫਲ ਖਾਣੇ ਆ। ਆਪਣੇ ਬਾਡੀ ਵੇਟ ਤੋਂ 10 ਗੁਣਾ ਜ਼ਿਆਦਾ ਗ੍ਰਾਮਾਂ 'ਚ, ਯਾਨੀ ਕਿ 70 ਕਿਲੋ ਦਾ ਬੰਦਾ ਤਾਂ 700 ਗ੍ਰਾਮ ਫਲ ਖਾਣੇ ਆ। ਇੱਕ ਤਰ੍ਹਾਂ ਦੇ ਫਲ ਨਹੀਂ ਖਾਣੇ, ਕੋਸ਼ਿਸ਼ ਕਰਨੀ 4 ਤਰ੍ਹਾਂ ਦੇ ਫਲ ਖਾਈਏ। ਉਸ ਤੋਂ ਬਾਅਦ ਥੋੜ੍ਹਾ ਵਕਫਾ ਪਾ ਕੇ ਫਿਰ ਸਲਾਦ ਖਾਣੀ ਹੈ। ਜਿੰਨਾ ਬਾਡੀ ਵੇਟ ਆ ਉਹਨੂੰ 5 ਨਾਲ ਗੁਣਾ ਕਰਕੇ, ਯਾਨੀ ਕਿ ਮੰਨ ਲਓ 70 ਕਿਲੋ ਦਾ ਬੰਦਾ 350 ਗ੍ਰਾਮ ਸਲਾਦ ਖਾਣੀ ਹੈ। ਫਿਰ ਆਪਾਂ ਰੂਟੀਨ ਲੰਚ ਖਾ ਲੈਣਾ। ਇਸ ਰਾਤ ਦੇ ਖਾਣੇ ਤੋਂ ਪਹਿਲਾਂ ਸਲਾਦ ਇੱਕ ਵਾਰੀ ਫਿਰ ਖਾਣੀ 350 ਗ੍ਰਾਮ 70 ਕਿਲੋ ਵਾਲੇ ਬੰਦੇ ਨੇ। ਜਿਹਦਾ ਵੇਟ ਘੱਟ ਵੱਧ ਹੈ ਉਹਨੇ 5 ਨਾਲ ਗੁਣਾ ਕਰ ਲੈਣਾ 19 ਗ੍ਰਾਮ, ਤਾਂ ਉਹ ਸਲਾਦ ਖਾਣੀ ਹੈ। ਤਾਂ ਇਹ ਜੇ ਅਗਰ ਰੂਟੀਨ ਆਪਾਂ ਪਾਲਾਂਗੇ ਤਾਂ ਆਪਾਂ ਨੂੰ ਕੋਈ ਬਿਮਾਰੀ ਜਿਹੜੀ ਆ ਉਹ ਲੱਗਦੀ ਨਹੀਂ ਹੈ। ਜੇ ਨਹੀਂ ਲੱਗੀ ਤਾਂ, ਜੇ ਲੱਗ ਗਈ ਹੈ ਤਾਂ ਚਲੀ ਜਾਏਗੀ। ਹਰ ਬਿਮਾਰੀ ਦਾ ਆਪਣੀ ਡਿਊਰੇਸ਼ਨ ਹੈ। ਸਭ ਤੋਂ ਜਲਦੀ ਸ਼ੂਗਰ ਜਾਂਦੀ ਹੈ। ਸ਼ੂਗਰ ਸਭ ਤੋਂ ਸੌਖੀ ਹੈ ਟਰੀਟ ਕਰਨੀ। 3 ਦਿਨਾਂ ਦੇ ਅੰਦਰ ਸ਼ੂਗਰ ਦੀ ਦਵਾਈ ਛੱਡੀ ਜਾ ਸਕਦੀ ਹੈ ਜੇ ਇੱਕ ਅੱਧੀ ਦਵਾਈ ਹੈ ਤਾਂ। ਜੇ ਜ਼ਿਆਦਾ ਨੇ ਤਾਂ ਬੰਦ ਕਰਕੇ ਹਫ਼ਤੇ ਛੱਡੀ ਜਾਊਗੀ। ਸ਼ੂਗਰ ਦੀ ਦਵਾਈ ਸਭ ਤੋਂ ਪਹਿਲਾਂ ਜਾਂਦੀ ਹੈ, BP ਦੀ ਉਸ ਤੋਂ ਬਾਅਦ ਜਾਂਦੀ ਹੈ। ਕੋਲੈਸਟਰੋਲ ਵਾਲੀ ਦਾ ਤਾਂ ਖਾਣ ਦਾ ਫਾਇਦਾ ਹੀ ਕੋਈ ਨਹੀਂ। ਕੋਲੈਸਟਰੋਲ ਵਾਲੀ ਦਵਾਈ ਤਾਂ ਵੈਸੇ ਹੀ ਕਬਾੜ ਹੈ, ਉਹਦਾ ਖਾਣ ਦਾ ਮਤਲਬ ਹੀ ਕੋਈ ਨਹੀਂ ਹੈ। ਹਾਰਟ ਵਾਲੀ ਦਵਾਈਆਂ ਜਿਹੜੀਆਂ ਨੇ ਮਹੀਨੇ ਦੇ ਵਿੱਚ ਛੱਡੀਆਂ ਜਾ ਸਕਦੀਆਂ ਨੇ, ਕਿਉਂਕਿ ਕੁਦਰਤ ਆਪਣੇ ਬਾਈਪਾਸ ਆਪ ਬਣਾਉਂਦੀ ਹੈ। ਕੁਦਰਤ ਐਡੀ ਗ੍ਰੇਟ ਹੈ ਕਿ ਉਹਨੂੰ ਬਾਈਪਾਸ ਬਣਾਉਣਾ ਸਾਡੇ ਨਾਲੋਂ ਜ਼ਿਆਦਾ ਵਧੀਆ ਆਉਂਦਾ। ਸਾਡਾ ਜੋ ਡਾਕਟਰ ਬਾਈਪਾਸ ਬਣਾਉਂਦੇ ਉਹ ਨਖਿੱਧ ਬਾਈਪਾਸ ਹੈ, ਉਹ ਬੰਦ ਹੋ ਜਾਂਦਾ ਬਾਅਦ 'ਚ, ਕਿਉਂਕਿ ਉਹ ਕੁਦਰਤ ਦਾ ਬਣਾਇਆ ਹੋਇਆ। ਕੁਦਰਤ ਉਹਨੂੰ ਠੀਕ ਢੰਗ ਨਾਲ ਗਿਣਦੀ ਨਹੀਂ ਹੈ। ਜੋ ਕੁਦਰਤ ਬਾਈਪਾਸ ਬਣਾਉਂਦੀ ਹੈ ਉਹ ਇੰਨਾ ਵਧੀਆ ਹੁੰਦਾ ਹੈ ਕਿ ਮੁੜ ਕੇ ਬੰਦ ਹੀ ਨਹੀਂ ਹੁੰਦਾ ਕਦੀ ਵੀ, ਤੁਸੀਂ ਮਰ ਜਾਓਗੇ। ਸੋ ਜਿਹੜਾ ਕੁਦਰਤੀ ਬਾਈਪਾਸ ਹੈ ਉਹ ਸਭ ਤੋਂ ਉੱਤਮ ਹੈ। ਕੁਦਰਤ ਬਾਈਪਾਸ ਬਣਾਉਂਦੀ ਹੈ। ਇਹ ਨੂਨ ਹੈ। ਹੁਣ ਇਹਨਾਂ ਨੇ, ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੇ ਆਪਣੇ ਜਨਰਲ ਕਹਿ ਰਹੇ ਆ, ਡਾਕਟਰ ਮੈਡੀਸਨ ਦੇ ਆਪਣੇ ਜਨਰਲ ਕਹਿ ਰਹੇ ਆ ਕਿ ਨੈਚੁਰਲ ਬਾਈਪਾਸ ਵੀ ਚੀਜ਼ ਹੈਗਾ। ਨੈਚੁਰਲ ਬਾਈਪਾਸ ਬਣਦਾ
ਤੇ ਜਦ ਅਸੀਂ ਉਦੋਂ ਵੀ ਬਣ ਜਾਂਦਾ ਜਦੋਂ ਨਹੀਂ ਵੀ ਕੋਆਪਰੇਟ ਕਰ ਰਹੇ ਸੀ। ਅਸੀਂ ਕੁਦਰਤ ਨਾਲ ਕੋਆਪਰੇਟ ਕਰੀਏ, ਕੁਦਰਤੀ ਢੰਗ ਅਡਾਪਟ ਕਰੀਏ ਤਾਂ ਬਣਨਾ ਹੀ ਬਣਨਾ ਉਹਨੇ। ਕੁਦਰਤ ਦੇ ਅੰਦਰ ਸਿਸਟਮ ਹੈ ਉਹ। ਔਰ ਬਲੌਕ ਹੋਣੇ ਕੋਈ ਰੇਅਰ ਗੱਲ ਨਹੀਂ ਹੈ। ਸਟੱਡੀਜ਼ ਹੋਈਆਂ ਨੇ ਕਿ ਈਵਨ ਯੰਗ ਬੰਦਿਆਂ 'ਚ ਬਲੌਕ ਹੁੰਦੇ ਆ। ਜੇ 20 ਸਾਲ ਦੇ ਬੱਚੇ ਦਾ ਵੀ ਤੁਸੀਂ ਐਂਜੀਓਗ੍ਰਾਫੀ ਕਰਾ ਲਓਗੇ ਉਹ 'ਚ ਵੀ ਬਲੌਕ ਨਿਕਲਣਗੇ। ਬਲੌਕ ਆਪਣੇ ਆਪ 'ਚ ਕੋਈ ਮਾੜੀ ਚੀਜ਼ ਨਹੀਂ ਹੈ। ਸਵਾਲ ਤਾਂ ਨੇਚਰ ਨੇ ਉਹਦਾ ਹੱਲ ਲੱਭ ਲਿਆ ਕਿ ਨਹੀਂ ਲੱਭ ਲਿਆ। ਬਲੌਕ ਨਹੀਂ ਇੰਪੋਰਟੈਂਟ ਇਹ ਹੈ ਕਿ ਤੁਸੀਂ ਹੈਲਦੀ ਹੋ ਕਿ ਨਹੀਂ। ਜੇ ਤੁਸੀਂ ਹੈਲਦੀ ਹੋ ਇਹਦਾ ਮਤਲਬ ਨੇਚਰ ਨੇ ਬਾਈਪਾਸ ਬਣਾ ਲਿਆ ਉਹਦਾ। ਨੇਚਰ ਦੇ ਉੱਪਰ ਸਾਰੇ ਬਾਈਪਾਸ ਹੈਗੇ ਆ, ਇਕੱਲੇ ਹਾਰਟ ਦਾ ਨਹੀਂ, ਹਰ ਅੰਗ ਦਾ ਬਾਈਪਾਸ ਹੈਗਾ ਉਹਦੇ ਕੋਲੇ। ਤਾਂ ਨੇਚਰ ਆਪਣਾ ਬਾਈਪਾਸ ਆਪ ਬਣਾ ਲੈਂਦੀ ਹੈ। ਇਸ ਕਰਕੇ ਅਸੀਂ ਠੀਕ ਭੋਜਨ ਖਾਵਾਂਗੇ ਤਾਂ ਕੁਦਰਤ ਨੇ ਬਾਈਪਾਸ ਵੀ ਆਪਣਾ ਬਣਾ ਲੈਣਾ, BP ਵੀ ਠੀਕ ਕਰ ਲੈਣਾ, ਸ਼ੂਗਰ ਵੀ ਠੀਕ ਕਰ ਲੈਣੀ, ਕੋਈ ਹੋਰ ਬਿਮਾਰੀ ਉਹ ਵੀ ਠੀਕ ਕਰ ਲੈਣੀ ਹੈ। ਔਰ ਜਿਹੜਾ ਐਨਰਜੀ ਦਾ ਲੈਵਲ ਹੈ ਤੁਹਾਡਾ ਉਹ ਵਧੇਗਾ। ਉਹਦੇ ਨਾਲ ਤੁਹਾਡਾ ਕੰਮ ਕਰਨ ਨੂੰ ਜੀ ਕਰੇਗਾ, ਚੁਸਤੀ ਵੱਧ ਰਹੇਗੀ, ਨੀਂਦ ਤੁਹਾਨੂੰ ਲੋੜ ਅਨੁਸਾਰ ਆਏਗੀ। ਜੇ ਘੱਟ ਆਉਂਦੀ ਵੱਧ ਆਏਗੀ। ਮੋਟਾਪਾ ਤੁਹਾਨੂੰ ਲੋੜ ਹੀ ਨਹੀਂ ਬਾਦਰ ਕਰਨ ਦੀ ਮੋਟਾਪੇ ਬਾਰੇ। ਇਸ ਡਾਈਟ ਦੇ ਉੱਪਰ ਮੋਟਾਪਾ ਆਪਣੇ ਆਪ ਹੀ ਚਲਾ ਜਾਂਦਾ, ਫਾਲਤੂ ਫੈਟ ਕੋਲ ਜਾਂਦਾ। ਜੇ ਘੱਟ ਭਾਰ ਹੈ ਤਾਂ ਵੱਧ ਜਾਂਦਾ। ਤਾਂ ਇਹ ਕੁਦਰਤ ਦੇ ਅੰਦਰ, ਕਿਉਂਕਿ ਨੇਚਰ ਨੇ ਇਹ ਸਿਰਫ ਅਸੀਂ ਨੇਚਰ ਨੂੰ ਹੈਲਪ ਕਰ ਰਹੇ ਹਾਂ ਕਿ ਨੇਚਰ ਨੂੰ ਅਸੀਂ ਇੱਕ ਜਿਹਨੂੰ ਕਹਿੰਦੇ ਨੇਚਰ ਜਿਹੜੀ ਬੋਲੀ ਨੇਚਰ ਸਮਝਦੀ ਹੈ, ਕੁਦਰਤ ਸਮਝਦੀ ਹੈ, ਉਸ ਬੋਲੀ 'ਚ ਉਹਨੂੰ ਦੇ ਰਹੇ ਹਾਂ। ਅਤੇ ਨੇਚਰ ਆਪਣੇ ਆਪ ਸਾਰਾ ਕੁਛ ਅੰਦਰ ਠੀਕ ਕਰ ਲੈਂਦੀ ਹੈ। ਨੇਚਰ ਦੇ ਅੰਦਰ ਇੰਨੀ ਪਾਵਰ ਹੈ। ਕੱਲਾ ਸੈੱਲ ਜਿਹੜਾ ਸਾਡਾ ਇੰਨਾ ਇੰਟੈਲੀਜੈਂਟ ਹੈ। ਔਰ ਸਾਡੇ ਅੰਦਰ ਸਾਡੇ ਸੈੱਲਾਂ ਤੋਂ ਵੱਧ 10 ਕਰੋੜ ਹੋਰ ਸੈੱਲ ਬੈਠੇ ਆ ਬੈਕਟੀਰੀਆ ਦੀ ਸ਼ਕਲ 'ਚ। ਉਹ ਇੰਨੇ ਇੰਟੈਲੀਜੈਂਟ ਨੇ, ਕਰੋੜਾਂ ਸਾਲ ਦੀ ਇੰਟੈਲੀਜੈਂਸ ਸਾਂਭ ਕੇ ਬੈਠੇ ਆ ਕਿ ਉਹ ਆਪਣੇ ਆਪ ਹੀ ਸਾਰਾ ਕੁਝ ਕਰ ਲੈਂਦੇ। ਸਾਨੂੰ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਆਪਣੇ ਆਪ ਨੂੰ ਐਵੇਂ ਘਮੰਡ ਸਾਡੇ 'ਚ ਹੈ ਕਿ ਸਿਹਤ ਨੂੰ ਅਸੀਂ ਠੀਕ ਰੱਖਣਾ। ਸਿਹਤ ਨੂੰ ਕੁਦਰਤ ਠੀਕ ਰੱਖ ਰਹੀ ਹੈ। ਅਸੀਂ ਸਿਰਫ ਕੁਦਰਤ ਦੀ ਭਾਸ਼ਾ ਨੂੰ ਸਮਝਣਾ ਅਤੇ ਉਹਦੇ ਨਾਲ ਕੋਆਪਰੇਟ ਕਰਨਾ। ਡਾਕਟਰ ਸਾਹਿਬ, ਅੱਜ ਪਾਣੀ ਦੀ ਬੜੀ ਗੱਲ ਚੱਲ ਰਹੀ ਹੈ ਕਿ ਪਾਣੀ ਸ਼ੁੱਧ ਪੀਓ, ਪਾਣੀ TDS ਵਾਲਾ ਪੀਓ, ਪਾਣੀ TDS ਵਾਲਾ ਨਾ ਪੀਓ, ਬੋਤਲਬੰਦ ਪੀਓ ਨਾ ਪੀਓ। ਇਹਦੇ ਬਾਰੇ ਜ਼ਰੂਰ ਸਪਸ਼ਟੀਕਰਨ ਦੱਸਿਓ। ਦੇਖੋ ਜੀ, ਜਿਹੜਾ ਤਾਂ ਸਵਾਲ ਹੈ ਬੋਟਲਡ ਵਾਟਰ ਹਰ ਸ਼ਕਲ 'ਚ ਬਾਈਕਾਟ ਕਰਨਾ ਚਾਹੀਦਾ। ਇੱਥੋਂ ਤੱਕ ਗੰਦਾ ਉਹ ਪੈਦਾ ਹੋਣ ਤੋਂ ਲੈ ਕੇ ਸਿਹਤ ਤੱਕ ਗੰਦਾ ਹੈ। ਮਤਲਬ ਉਦੋਂ ਜਿੱਥੋਂ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਉੱਥੇ ਗੰਦ ਖਿਲਾਉਣਾ ਸ਼ੁਰੂ ਕਰ ਦਿੰਦਾ, ਉੱਥੇ ਸਾਰੇ ਇਨਵਾਇਰਮੈਂਟ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ। ਔਰ ਪੀਣ ਤੋਂ ਬਾਅਦ ਵੀ ਜਦੋਂ ਖਾਲੀ ਬੋਤਲ ਹੋ ਜਾਂਦੀ ਹੈ ਉਹ ਵੀ ਗੰਦ ਹੀ ਗੰਦ ਹੈ। ਸੋ ਜਿਹੜਾ ਇੰਨਾ ਗੰਦ ਹੋਵੇ ਉਹਨੂੰ ਕਿਉਂ ਅਸੀਂ ਅਡਾਪਟ ਕਰ ਰਹੇ ਹਾਂ? ਅਸੀਂ ਬੇਵਕੂਫ ਹਾਂ। ਅਸੀਂ ਕਿਉਂ ਮੂਰਖ ਬਣ ਰਹੇ ਹਾਂ? ਬੋਟਲਾਂ ਵਾਲੇ ਪਾਣੀ ਦਾ, ਚਾਹੇ ਉਹ ਮਿੱਠਾ ਹੈ, ਪੈਪਸੀਆਂ, ਕੋਕੇ ਕੋਲੇ ਨੇ, ਲਿਮਕੇ ਨੇ, ਉਹ ਵੀ ਬਾਈਕਾਟ ਕਰਨੇ ਚਾਹੀਦੇ ਆ। ਔਰ ਪਲੇਨ ਵਾਟਰ ਜਿਹੜਾ ਉਹਨੂੰ ਵੀ ਬਾਈਕਾਟ ਕਰਨਾ ਚਾਹੀਦਾ। ਕੋਈ ਮਤਲਬ ਨਹੀਂ ਹੈ। ਅੱਗੇ ਆ ਗਿਆ ਸਵਾਲ TDS ਦਾ। RO ਇੱਕ ਫੈਸ਼ਨ ਬਣ ਗਿਆ। ਲੋਕਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ RO ਹੁੰਦਾ ਕੀ ਹੈ। ਇੱਕ ਫੈਸ਼ਨ ਦਾ ਸ਼ਬਦ ਬਣ ਗਿਆ ਕਿ RO ਲਵਾ ਲਿਆ। ਫਿਲਟਰ ਦੋ ਤਰ੍ਹਾਂ ਦੇ ਨੇ। ਇੱਕ RO ਫਿਲਟਰ ਹੈ ਜਿਹਦਾ ਮਿਨਰਲ ਨੂੰ ਵੀ ਕੱਢ ਦਿੰਦਾ ਹੈ, ਜਿਹੜੇ ਮਿਨਰਲਸ ਨੇ ਤਾਂ ਜਿਹਨੂੰ ਕਹਿੰਦੇ ਖਣਿਜ ਨੇ ਉਹਨੂੰ ਵੀ ਕੱਢਦਾ। ਜਿਹੜਾ ਦੂਜਾ RO ਹੈ ਸਿਰਫ ਉਹ ਕੀਟਾਣੂਆਂ ਨੂੰ ਕੱਢਦਾ, ਬਿਮਾਰੀ ਵਾਲਿਆਂ ਨੂੰ। ਤਾਂ ਜਿੱਥੇ ਕਿਤੇ ਕੋਈ ਪਾਣੀ ਦੂਰੋਂ ਆ ਰਿਹਾ ਉੱਥੇ ਦੂਜਾ ਫਿਲਟਰ ਲਵਾਉਣਾ ਚਾਹੀਦਾ, ਕਿਉਂਕਿ ਉਹ ਕੀਟਾਣੂ ਆ ਜਾਂਦੇ ਉਹਦੇ 'ਚ, ਕੀਟਾਣੂਆਂ ਤੋਂ ਬਚਣ ਲਈ। ਜੇ ਤੁਹਾਡੇ ਘਰ 'ਚ ਹੀ ਬੋਰ ਲੱਗਿਆ ਹੋਇਆ, ਉਹਦਾ TDS 500 ਤੋਂ ਘੱਟ ਹੈ, ਤੁਹਾਨੂੰ ਕਿਸੇ ਵੀ ਫਿਲਟਰ ਦੀ ਲੋੜ ਨਹੀਂ ਹੈ। ਕੋਈ ਫਿਲਟਰ ਦੀ ਜ਼ਰੂਰਤ ਨਹੀਂ ਹੈ। ਫਿਲਟਰ ਦੀ ਲੋੜ ਸਿਰਫ ਉਦੋਂ ਪੈਂਦੀ ਹੈ ਜਦੋਂ ਜਿਹੜਾ TDS ਹੈ, WHO ਕਹਿੰਦਾ 500 TDS, ਪੰਜਾਬ ਸਰਕਾਰ ਨੇ ਕਿਹਾ ਕਿ 750 ਤੱਕ ਵੀ ਠੀਕ ਹੈ। ਚਲੋ 500 ਲਾ ਲਓ ਜਾਂ 750 ਲੈ ਲਓ। ਉਸ ਤੋਂ ਉੱਪਰ ਅਗਰ TDS ਹੈ ਫਿਰ ਤੁਹਾਨੂੰ RO ਲਾਉਣਾ ਪਏਗਾ। ਜੇ ਤੁਹਾਡੇ ਕੋਲ ਹੋਰ ਸੋਰਸ ਨਹੀਂ ਹੈ ਤਾਂ ਉਹਦਾ ਵੀ ਫਿਰ ਮਿਕਸ ਕਰਕੇ ਪੀਣਾ ਚਾਹੀਦਾ। ਘੱਟੋ ਘੱਟ 200-250 TDS ਦਾ ਪਾਣੀ ਜ਼ਰੂਰ ਪੀਏ। ਆਪਾਂ 50-100 ਜਿਹੜੇ ਜਿਵੇਂ RO ਵਾਲੇ 20-20, 25-25, 50-50 ਤੇ ਕਰਦੇ ਉਹ ਪਾਣੀ ਨਹੀਂ ਪੀਣਾ ਚਾਹੀਦਾ। 200 TDS ਵਾਲਾ ਪਾਣੀ ਪੀਏ। ਫਿਰ ਜੋ RO ਲਾਉਣਾ ਸਾਡੀ ਮਜਬੂਰੀ ਹੈ, ਫਿਰ ਅਸੀਂ ਪਾਣੀ ਨੂੰ ਮਿਕਸ ਕਰ ਲਈਏ ਜਾਂ RO ਵਾਲੇ ਨੂੰ ਕਹਿ ਦਈਏ ਵੀ ਤੂੰ ਭਾਈ ਮਿਕਸ ਕਰ ਦੇ। ਵੈਸੇ ਬਿਹਤਰ ਹੈ ਆਪਾਂ ਆਪ ਮਿਕਸ ਕਰਕੇ ਘੜਿਆਂ 'ਚ ਪਾ ਲਈਏ ਤਾਂ ਉਹ ਪਾਣੀ ਪੀਏ ਆਪਾਂ। ਬਾਕੀ ਜਿਹੜਾ ਹੈ ਪਾਣੀ ਜਿਹੜਾ ਪਾਣੀ ਹੋਰ ਕਿਸੇ ਟੌਕਸਿਟੀ ਤੋਂ ਪਹੁੰਚਾਉਂਦਾ, ਜਿਹੜੀਆਂ ਬਾਕੀ ਆਰਸੈਨਿਕ ਹੈ ਹੋਰ ਹੈ, ਉਹਦੇ ਤੋਂ RO ਨਹੀਂ ਬਚਾ ਸਕਦਾ। ਕਿਉਂਕਿ ਤੁਸੀਂ ਪਾਣੀ ਅਗਰ ਜ਼ਹਿਰਾਂ ਤੋਂ ਮੁਕਤ ਪੀ ਵੀ ਲਓਗੇ ਤਾਂ ਜਦੋਂ ਨਹਾਓਗੇ ਉਸ ਪਾਣੀ 'ਚ ਉਹ ਤੁਹਾਡਾ ਚਮੜੀ 'ਚੋਂ ਚਲਾ ਜਾਏਗਾ। ਜਿਹੜਾ RO ਹੈ ਇੱਕੋ ਹੀ ਗੱਲ ਦਾ ਆਨਸਰ ਹੈ। TDS ਅਗਰ ਬਹੁਤ ਜ਼ਿਆਦਾ ਹੈ ਅਤੇ ਤੁਹਾਡੇ ਕੋਲ ਕੋਈ ਆਲਟਰਨੇਟ ਸੋਰਸ ਨਹੀਂ ਹੈ ਤਾਂ RO ਲਾਉਣਾ ਜਾਇਜ਼ ਹੈ। ਉਹ ਬਹੁਤ ਥੋੜ੍ਹੀਆਂ ਹਾਲਾਤ ਨੇ ਉੱਥੇ। ਇੱਧਰ ਅਬੋਹਰ ਫਾਜ਼ਿਲਕਾ ਵੱਲ, ਇੱਧਰ ਮੁਕਤਸਰ ਵੱਲ ਜ਼ਿਆਦਾ ਨੇ, ਲੇਕਿਨ ਇੱਧਰ ਤੁਸੀਂ ਚਲੇ ਕੁਛ ਥਾਵਾਂ 'ਤੇ ਚੰਡੀਗੜ੍ਹ ਹੈ, ਚੰਡੀਗੜ੍ਹ TDS ਹੀ 150 ਹੈ। ਜਿੱਥੇ ਨਹਿਰ ਦਾ ਪਾਣੀ ਆ ਰਿਹਾ ਉੱਥੇ TDS ਵੈਸੇ ਬਹੁਤ ਘੱਟ ਹੁੰਦਾ, ਜਦ ਬਹੁਤ ਥਾਵਾਂ 'ਤੇ ਬੋਰਾਂ ਦਾ ਪਾਣੀ ਵੀ ਬਹੁਤ ਠੀਕ ਹੈ। ਤਾਂ ਇਸ ਕਰਕੇ ਉਹਨੂੰ ਪਾਣੀ ਨੂੰ ਸਿਆਣਪ ਨਾਲ, ਆਪਣੇ ਇਲਾਕੇ ਦੇ ਹਿਸਾਬ ਨਾਲ, ਆਪਣੀ ਲੋਕਲ ਕੰਡੀਸ਼ਨ ਦੇ ਹਿਸਾਬ ਨਾਲ ਸਿਆਣਪ ਨਾਲ ਵਰਤੀਏ। ਫੈਸ਼ਨ ਦੇ ਉੱਤੇ ਜਾਂ ਕਹਿ ਕਹਾਏ 'ਤੇ ਜਾਂ ਐਵੇਂ ਭੇਡ ਚਾਲ ਨਾ ਜਾਈਏ। ਉਹਦੇ ਨਾਲ ਜਿੱਥੇ ਅਸੀਂ ਕੁਦਰਤ ਦੇ ਖਿਲਾਫ ਕ੍ਰਾਈਮ ਕਮਿਟ ਕਰਦੇ ਹਾਂ, ਪਲਾਸਟਿਕ ਖੜਾ ਕੇ ਜਾਂ ਪਲਾਸਟਿਕ ਪੀ ਕੇ, ਉੱਥੇ ਆਪਣੀ ਸਿਹਤ ਵੀ ਖਰਾਬ ਕਰਦੇ ਹਾਂ। ਇਸ ਕਰਕੇ ਪਾਣੀ ਨੂੰ ਸਿਆਣਪ ਨਾਲ, ਕਿਉਂਕਿ ਪਾਣੀ ਦੀ ਸਮੱਸਿਆ ਏਰੀਆ ਸਪੈਸੀਫਿਕ ਹੈ, ਈਵਨ ਫੈਮਿਲੀ ਸਪੈਸੀਫਿਕ ਹੋ ਸਕਦੀ ਹੈ ਕਿ ਉਹ ਫੈਮਿਲੀ ਕਿਹੜਾ ਪਾਣੀ ਪੀ ਰਹੀ ਹੈ। ਜਿੱਥੇ ਕਿਤੇ ਨਹਿਰ ਦੇ ਕੰਢੇ 'ਤੇ ਕੋਈ ਨਲਕਾ ਲੱਗਿਆ ਹੋਇਆ ਜਾਂ ਟਿਊਬਵੈੱਲ ਲੱਗਿਆ ਹੋਇਆ, ਦਰਿਆ ਦੇ ਕੰਢੇ 'ਤੇ ਲੱਗਿਆ ਹੋਇਆ, ਉੱਥੋਂ ਪਾਣੀ ਲੈ ਲਈਏ। ਬਹੁਤ ਥਾਵਾਂ 'ਤੇ ਨਹਿਰਾਂ ਲੰਘਦੀਆਂ ਨੇ। ਨਹਿਰਾਂ ਦੇ ਕੰਢਿਆਂ ਦੇ ਉੱਪਰ ਬੜੇ ਜਿਹੜੇ ਬਹੁਤ ਸਾਰੇ ਨਲਕੇ ਲਵਾ ਦੇਣੇ ਚਾਹੀਦੇ ਆ, ਜਾਂ ਛੋਟੇ ਮੋਟੇ ਬੋਰ ਲਾ ਕੇ ਟੈਂਕੀ ਵੀ ਲਾ ਦੇਣੀ ਚਾਹੀਦੀ ਹੈ, ਕਿਉਂਕਿ ਉਸ ਪਾਣੀ ਦਾ TDS ਬਹੁਤ ਘੱਟ ਹੁੰਦਾ ਤਾਂ ਉਹ ਪਾਣੀ ਸਿੱਧਾ ਪੀਤਾ ਜਾ ਸਕਦਾ। ਸੋ ਇਸ ਕਰਕੇ ਸਿਆਣਪ ਨਾਲ ਜਿਹੜੀ ਹੈ ਪਾਣੀ ਨੂੰ ਅਸੀਂ ਵਰਤੀਏ, ਘੱਟ ਤੋਂ ਘੱਟ ਖਰਚੇ ਨਾਲ, ਘੱਟ ਤੋਂ ਘੱਟ ਆਪਣੀ ਸਿਹਤ ਖਰਾਬ ਕਰਕੇ ਅਤੇ ਘੱਟ ਤੋਂ ਘੱਟ ਕੁਦਰਤ ਨੂੰ ਖਰਾਬ ਕਰਕੇ।
ਇੱਕ ਡਾਕਟਰ ਸਾਹਿਬ TDS ਦੀ ਤੁਸੀਂ ਮੈਜ਼ਰਮੈਂਟ ਮਿਕਦਾਰ ਦੱਸ ਰਹੇ ਸੀ ਕਿ ਹੁਣ ਨਵੀਂ ਮਿਕਦਾਰ ਇੰਨੀ ਆਈ ਹੈ ਕਿ ਇੰਨਾ TDS ਹੋਵੇ ਤਾਂ ਤੁਸੀਂ ਪਾਣੀ ਪੀ ਸਕਦੇ ਹੋ, ਪਹਿਲਾਂ 500 ਸੀ। 250 200 250 ਵਾਲਾ ਪਾਣੀ ਤੋਂ ਘੱਟ ਨਹੀਂ ਪੀਣਾ ਚਾਹੀਦਾ। ਹੁਣ WHO ਕਹਿੰਦਾ 500 ਤੱਕ ਪੀ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਤੇ ਪੰਜਾਬ ਸਰਕਾਰ ਨੇ ਕਹਿਤਾ 700-750 ਤੱਕ ਵੀ, ਕਿਉਂਕਿ ਦਿੱਕਤ ਹੈ ਬਹੁਤ ਥਾਵਾਂ ਤੇ TDS ਜ਼ਿਆਦਾ ਹੈ। तो 750 तक भी पी लवेंगे, नुकसान कोई नहीं होने लग्या उहदे नाल एडा, बहुत लगातार दहाकों तक पीवांगे फिर थोड़ी बहुत चलो प्रॉब्लम हो सकती है। लेकिन जो TDS है 500 तक तो बिल्कुल ही सेफ है, बिल्कुल ही सेफ है। 250 तो घट पीना नहीं चाहिए, 200-250 तो घट पीना नहीं चाहिए। जो बहुत लो TDS वाला पानी है वो की करेगा, थोड़े अंदरले मिनरल उल्टा खिंच लेगा, क्योंकि जो शरीर ने पानी वरतना तो उन्हें पानी नहीं वरतना, उन्हें मिनरल वाटर के तौर पर वरतना। उन्होंने तो मिनरल कितों लेगा जो पानी च मिनरल नहीं है। थोड़ा सुसू जो पेशाब का थोड़ा मिनरल वाला निकलेगा बाहर, पसीना का मिनरल वाला निकलेगा, वो कितों लेगा मिनरल, थोड़े शरीर चों खिच लेगा। तो इस करके मिनरल वाला और जो पानी के अंदर मिनरल्स होंगे ने वो इन्ने नैचुरल होंगे कि तुहाडी बॉडी उन्होंने बहुत आसानी नाल वरतदी है। दुध के अंदर जो मिनरल ने उन्होंने नहीं वरत सकते हो, लेकिन तुहाडे पानी के अंदर जो मिनरल ने इन्नी आसानी नाल बॉडी वरतदी है। तो इस करके वो मिनरल नूं डिस्टर्ब नहीं करना चाहिए, वो मिनरल रीजनेबल मात्रा च लेने चाहिए। तो इस करके 200-250 घट्टो घट होवे, 500 तक भी TDS जी है वो जस्टिफाइड है, कोई दिक्कत नहीं है जी। समा देने लई धन्यवाद जी। साइंसेज का हॉस्पिटल शुरू किया गया है जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां पर एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है। ये सारी पैथियां, जिसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादरवली और इन सब की पूरी नॉलेज, ट्रेनिंग और एजुकेशन को भी यूज किया जा रहा है। फिर चाहे आपकी बीमारी छोटी हो या बड़ी, चाहे लीवर फेल हो, किडनी खराब हो, हार्ट की प्रॉब्लम हो, जोड़ों का दर्द, ऑटो इम्यून डिजीज हो या फिर स्टेज 4 कैंसर ही क्यों ना हो, या कोई ऐसी बीमारी जिसको आपके डॉक्टर ने लाइलाज बता दिया हो, या फिर उस बीमारी का हल ऑपरेशन बताया हो, तो इन सभी समस्याओं का सही समय पर अगर समाधान किया जाए तो आपकी बीमारी का जड़ से समाधान हो सकता है। अगर आप भी हैं किसी बीमारी से परेशान तो आप इस हिम्स हॉस्पिटल के अंदर आकर के अपनी बीमारी का जड़ से समाधान कर सकते हैं। 70 बेड के इस हॉस्पिटल के अंदर खाने पीने से लेके रहने तक का भी सारा इंतजाम किया गया है। अभी भारत के अंदर पटियाला, जीरकपुर, चंडीगढ़, डेराबस्सी और दिल्ली के अंदर 14 क्लिनिक शुरू हो चुके हैं, जहां पर सिर्फ खान पान और आपकी लाइफस्टाइल को चेंज करके आपकी बीमारियों को रिवर्स करना सिखाया जाता है और आपको अपना डॉक्टर खुद बनाया जाता है, ताकि आप या आपके परिवार के अंदर किसी को कोई भी बीमारी आ गई है तो उसे कैसे निजात पा सकते हैं और भविष्य में और कोई बड़ी बीमारी या छोटी बीमारी ना आए उससे भी कैसे बचा जा सकता है, उसके बारे में भी आपको सिखाया जाता है। अगर आप या आपका कोई किसी भी गंभीर बीमारी से परेशान है तो स्क्रीन पर दिए गए नंबर पर संपर्क करें